बिग पंजाबी चैनल देख रहे सारे दर्शकों ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। मैं अमनप्रीत ਤੁਹਾਡੇ ਲਈ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਆਓ ਦੇਖੀਏ ਕਿਹੜੀਆਂ ਖਬਰਾਂ ਚਰਚਾ ਵਿੱਚ ਹਨ। शुरुआत करते हाँ SIT की रिपोर्ट ਨੂੰ ਲੈ ਕੇ कि यह रिपोर्ट जनतक क्यों नहीं की गई। नवजोत सिंह सिद्धू ने प्रेस कॉन्फ्रेंस करके अपनी ही सरकार ਨੂੰ दो टुक शब्दों ਦੇ ਵਿੱਚ ਕਿਹਾ कि ਜਾਂ ਤਾਂ ਇਹ अफसर चुन लो ਜਾਂ फिर PPCC ਦਾ ਪ੍ਰਧਾਨ ਕੰਪਰੋਮਾਈਜ਼ ਪ੍ਰਧਾਨ ਚੁਣ ਲਵੋ। ਇਹ ਹੁਣ ਤੁਹਾਡੀ ਮਰਜ਼ੀ ਹੈ, ਜਾਂ ਤਾਂ ਤੁਸੀਂ ਕੰਪਰੋਮਾਈਜ਼ ਅਫਸਰ ਚੁਣ ਲਵੋ ਜਾਂ ਫਿਰ PPCC ਦਾ ਪ੍ਰਧਾਨ ਚੁਣ ਲਵੋ। इंसाफ देने की थां मुलजमां की ढाल बन रही है सरकार। सिद्धू ने तिखे शब्दी हमले एक बार फिर अपनी ही सरकार ते कीते ने, खास तौर ते बेअदबी गोलीकांड के मुद्दे ते नाल ही ड्रग्स के केस विच भी। सीधे तौर ते गोलीकांड मामले के उत्ते सिद्धू दे वलों सवाल चुके गए कि इकबालप्रीत सिंह सहोता जिन्हां नूं पंजाब दा DGP लगा दिता गया है, वो तां SIT नूं हैड कर रहा सी। 2015 दे विच सिद्धू का इल्ज़ाम है कि इस SIT दे वलों इकबालप्रीत सिंह सहोता जिसकी अगवाई कर रहे सन, उस SIT दे वलों सुखबीर सिंह बादल उस समय दे गृह मंत्री नूं क्लीन चिट दिवाई गई सी। उन्हां मामलिਆਂ ਦੇ ਵਿੱਚ ਤਾਂ ਵੱਡੀ खबर अज के दिन की एक बार फिर तो चन्नी सरकार के उत्ते नवजोत सिंह सिद्धू निशाने साध रहे ने। सिद्धू एक बार फिर तो कह रहे ने कि ਜਿਹੜੇ ਸਰਮਾਏਦਾਰ ਲਗਾ ਦਿੱਤੇ ਗਏ ਉਹਨਾਂ ਨੂੰ ਪੁੱਛੋ ਕਿ 50 ਦਿਨਾਂ ਦੇ ਵਿੱਚ ਉਹਨਾਂ ਨੇ ਕੀ ਕਰ ਲਿਆ। ਉਹਨਾਂ ਨੂੰ ਪੁੱਛੋ ਅੱਜ ਜਾ ਕੇ DGP ਕਿਉਂ ਲਗਾ ਦਿੱਤਾ ਗਿਆ ਜਿਸ ਦੇ ਵੱਲੋਂ ਦਿੱਤੀ ਗਈ ਸੀ ਕਲੀਨ ਚਿਟ ਸੁਖਬੀਰ ਸਿੰਘ ਬਾਦਲ ਨੂੰ। ਸਾਬਕਾ DGP ਸੁਮੇਧ ਸੈਣੀ ਦੀ ਬਲੈਂਕਟ ਬੇਲ ਦੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਨੇ ਸਵਾਲ ਕੀਤੇ ਨੇ। सिद्धू कह रहे ने कि इंसाफ देने की थां मुलजमां की ढाल बन रही है सरकार। ये भी कहा कि एक ने क्लीन चिट दे दी ते दूजे ने ब्लैंकेट बेल दवाई है। किवें मिलेगा गोलीकांड मामले दे विच इंसाफ? नवजोत सिंह सिद्धू ने एक बार फिर अपनी ही सरकार ते निशाने साधे हैं। चुनो, तुसी चुनो ना दो कंप्रोमाइज अफसर या PPCC चीफ चुनो चुनो खड़ू पंजाब फिर जाके स्टेज ते। क्यों नहीं ਤੁਹਾਡੀ ਗੱਲ ਮੰਨਦੇ? मैं क्या पूछन जिन्होंने पूछना ਉਹਨੂੰ ਪੁੱਛੋ। सवारी अपने समान दी आप जिम्मेवार है। अगला सवाल। दो केस ने, दो FIR ने, एक 130 नंबर ਜਿਹੜੀ ਨਵੀਂ ਦਾਇਰ ਹੋਈ ਉਹ 129 ਨੰਬਰ। ਉਹਦੇ ਚ ਪ੍ਰਾਈਮ ਅਕਿਊਜ਼ਡ ਕੌਣ ਹੈ? ਸੁਮੇਧ ਸਿੰਘ ਸੈਣੀ। ਕਿਉਂ ਜੀ 129 ਨੰਬਰ ਦੇ ਵਿੱਚ ਪ੍ਰਾਈਮ ਅਕਿਊਜ਼ਡ ਕੌਣ ਹੈ? ਤੇ ਜੇ ਉਸ ਅਕਿਊਜ਼ ਨੂੰ ਬਲੈਂਕਟ ਬੇਲ ਮਿਲੀ ਹੋਈ ਹੈ ਤੇ ਇਨਵੈਸਟੀਗੇਸ਼ਨ ਕਿਵੇਂ ਕੰਪਲੀਟ ਹੋਊ? ਮੈਂ ਤਾਂ ਉਹੀ ਤੁਹਾਨੂੰ ਵੀ ਪਤਾ ਹੀ ਹੈ, ਤੁਸੀਂ ਰੋਟੀ ਨੂੰ ਚੋਚੀ ਥੋੜਾ ਕਹਿੰਦੇ। ਮੈਂ ਬਹੁਤ ਵਾਰ ਬੋਲਿਆ, ਠੀਕ ਹੈ ਜੀ। ਦੂਜੀ ਗੱਲ, ਮਹੀਨਾ ਹੋਰ ਟੱਪਿਆ ਤੇ ਨਵੀਂ ਸਰਕਾਰ ਵੱਲ ਨੂੰ ਆ, ਠੀਕ ਹੈ ਜੀ। ਤੇ ਫਿਰ ਮੈਨੂੰ ਐਂ ਦੱਸੋ ਕਿੰਨੀ ਦੇਰ ਪਹਿਲਾਂ ਬਲੈਂਕਟ ਮੇਲ ਮਿਲੀ ਸੀ? ਉਹਨੂੰ ਤੋੜਨ ਨੂੰ ਕੋਈ SLP ਪਾਈ? ਇਹਨਾਂ ਨੂੰ ਵੀ ਪੁੱਛੋ ਜਿਹੜੇ ਸਰਮਾਏ ਨੇ, ਜਿਹੜੇ ਪਹਿਰੇਦਾਰ ਨੇ, ਜਿਹੜੇ ਨਵੇਂ ਨਵੇਂ ਲਾਏ ਨੇ, ਪੁੱਛੋ SLP ਪਾਈ? ਮੈਂ ਵਕੀਲ ਹਾਂ, ਮੈਨੂੰ ਇੰਨਾ ਪਤਾ ਹੈ ਕਿ ਜੇ SLP ਪਾ ਦਿਓ ਕੋਰਟ 'ਚ ਜਾ ਕੇ ਮੈਂਸ਼ਨ ਕਰ ਦਿਓ, ਹਫ਼ਤੇ 'ਚ ਲੱਗਦਾ ਕੇਸ। ਇੱਕ ਨੇ ਕਲੀਨ ਚਿੱਟ ਦਿੱਤੀ ਹੈ ਤੇ ਦੂਜਾ ਬਲੈਂਕਟ ਬਿੱਲ ਦੇਈ ਫਿਰਦਾ ਤੇ ਇਨਵੈਸਟੀਗੇਸ਼ਨ ਪੂਰੀ ਕਰਕੇ ਦਿਖਾਓ ਉਹਦੇ ਬਿਨਾ। ਮੈਂ ਕਿਹਾ ਸੀ ਉਹੀ ਕੜੀ ਹੈ। ਤੁਸੀਂ ਜੋ ਮਰਜ਼ੀ ਬੋਲੀ ਜੋ, ਬਾਕੀ ਜਦੋਂ ਵਿਰੋਧ ਵੀ ਹੁੰਦੇ ਸੀ, ਜਦੋਂ 40 ਵਿਧਾਇਕ ਵੀ ਖੜਦੇ ਸੀ, ਉਹ ਕੀ ਕਹਿੰਦੇ ਸੀ ਵੀ ਸੁਮੇਧ ਸੈਣੀ ਦੇ ਘਰੇ ਡਾਂਗਾ ਮਾਰ ਕੇ ਆ ਗਏ। ਕੌਣ ਕਹਿੰਦਾ ਸੀ? ਪੁੱਛੋ। ਤੇ ਹੁਣ ਕੀ ਹੋ ਗਿਆ? ਮੈਂ ਕਹਿੰਦਾ ਠੋਕ ਕੇ ਤਾਰੀਫ ਕਰਦਾ। ਪੈਟਰੋਲ ਡੀਜ਼ਲ ਕਿਹਾ ਸੀ ਵੀ ਨੀਵਾ ਹੋਣਾ ਚਾਹੀਦਾ, ਨੀਵਾ ਹੋਇਆ, ਪਰ ਕੀ ਅਸੀਂ ਇਹਨੂੰ 5 ਸਾਲ ਲਈ ਸਸਟੇਨ ਕਰਾਂਗੇ? ਸਰਕਾਰ 'ਚ ਪੈਸੇ ਆਉਣ ਦੇ ਸਾਧਨ ਬਣਾਵਾਂਗੇ। ਜੇ ਸਰਪਲਸ ਪੈਸੇ ਹੋਣ, ਮੈਂ ਤੁਹਾਨੂੰ ਗਰੰਟੀ ਦਿੰਦਾ
1000 ਤੋਂ 1500 ਕਰੋੜ ਨਾਲ ਸਾरी ਐਜੂਕੇਸ਼ਨ ਦੇ ਪ੍ਰੋਬਲਮਾਂ ਸੋਲਵ ਹੁੰਦੀਆਂ ਨੇ। ਜਿੰਨੇ ਫਿਰਦੇ ਆ ਇਹ ਮੇਰੇ ਭਰਾ ਸਭ ਸੋਲਵ ਕਿਉਂ ਨਹੀਂ ਹੋਇਆ? ਅੱਜ ਪਿੱਠ ਦਿਖਾਈ ਲੋਕਾਂ ਨੂੰ, ਰਾਤੀ ਸੌ ਨਹੀਂ ਸਕੂਗਾ ਮੈਂ। ਬਿਜਲੀ ਦੇ ਸਮਝੌਤੇ ਰੱਦ ਕੀਤੇ ਸੀ, ਮੈਂ ਤਾਰੀਫ ਕੀਤੀ ਸੀ। ਨਾਲ ਹੀ ਉਹ ਇੱਕ ਦਿਨ ਪਹਿਲਾਂ ਰੱਦ, ਇਹ ਕੋਰਟ ਦੇ ਵਿੱਚ ਸਟੇ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਨਹੀਂ ਕਿ ਉਹ ਕੋਰਟ 'ਚ ਜਾਣਗੇ, ਉਹ ਸਟੇ ਹੋਣਗੇ। ਕਿਹਾ ਸੀ ਰੀਨੈਗੋਸ਼ੀਏਸ਼ਨ ਨਹੀਂ ਹੋਣੀ। ਤੁਸੀਂ ਕੀਤੀ ਹੈ ਰੀਨੈਗੋਸ਼ੀਏਸ਼ਨ? ਉਹ ਸਾਰੀਆਂ ਕਾਢਾਂ ਮੈਨੂੰ ਪਤਾ, ਆਈ ਨੋ ਦ ਪ੍ਰੋਬਲਮ ਐਂਡ ਆਈ ਨੋ ਦ ਸੋਲੂਸ਼ਨ। ਇਸ ਕਰਕੇ ਮੈਂ ਕਿਹਾ ਸੀ। ਫਿਰ ਜੇ ਰੱਦ ਨਹੀਂ ਹੁੰਦੇ ਤੇ ਦੇ ਕੇ ਦਿਖਾਓ ਸਸਤੀ ਕੋਈ। ਤਾਂ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਪਹਿਲਾਂ ਬੇਅਦਬੀ ਤੇ ਡਰੱਗਸ ਦੇ ਉੱਤੇ ਮੋਰਚਾ ਖੋਲ੍ਹਿਆ ਸੀ ਤੇ ਹੁਣ ਇਸ ਮੁੱਦੇ ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ, ਖਾਸ ਤੌਰ ਤੇ ਗੋਲੀकांड ਮਾਮਲੇ ਦਾ। ਪਹਿਲਾਂ ਬੇਅਦਬੀ ਦੇ ਮਾਮਲੇ ਦਾ ਜ਼ਿਕਰ ਕੀਤਾ ਸੀ ਤੇ ਹੁਣ ਗੋਲੀकांड ਦੇ ਮਸਲੇ ਦਾ ਜ਼ਿਕਰ ਕਰ ਰਹੇ ਨੇ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਵਿੱਚ 14 ਅਕਤੂਬਰ 2015 ਨੂੰ ਜਿਹੜੀ ਗੋਲਾਬਾਰੀ ਹੋਈ ਸੀ, ਖਾਸ ਤੌਰ ਤੇ ਬਹਿਬਲ ਕਲਾਂ ਵਿੱਚ ਜੋ 2 ਉੱਥੇ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ, ਉਸ ਪੂਰੇ ਮਾਮਲੇ ਦੇ ਵਿੱਚ SIT ਦੀ ਜਾਂਚ ਕਿੱਥੇ ਹੈ, ਰਿਪੋਰਟ ਕਿੱਥੇ ਹੈ, ਕਾਰਵਾਈ ਕਿਉਂ ਨਹੀਂ ਹੋਈ? ਜੇ ਬਲੈਂਕੇਟ ਬੇਲ ਸਮੇਤ ਸੈਣੀ ਨੂੰ ਦੇ ਦਿੱਤੀ ਗਈ ਅਦਾਲਤ ਦੇ ਵੱਲੋਂ ਤਾਂ ਉਸ ਦੇ ਖਿਲਾਫ ਅੱਗੇ ਪਟੀਸ਼ਨ ਕਿਉਂ ਨਹੀਂ ਪਾਈ ਗਈ, ਅਰਜੀ ਕਿਉਂ ਨਹੀਂ ਲਗਾਈ ਗਈ? ਜੇ ਲਗਾਈ ਗਈ ਹੈ ਤਾਂ ਦੱਸੋ। ਤੇ ਨਾਲ ਹੀ ਨਸ਼ੇ ਦੀ ਰਿਪੋਰਟ ਨੂੰ ਲੈ ਕੇ ਵੀ ਵਰਦੇ ਹੋਏ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਨਸ਼ੇ ਦੀ ਰਿਪੋਰਟ STF ਦੀ ਰਿਪੋਰਟ ਜਨਤਕ ਕਰਨ ਤੋਂ ਕੌਣ ਰੋਕ ਰਿਹਾ ਹੈ। ਕਿਹਾ ਕਿ ਕਈ ਵਾਰ ਇੱਕ ਕਮਜ਼ੋਰ ਕੜੀ ਪੂਰਾ ਸਿਸਟਮ ਵਿਗਾੜ ਦਿੰਦੀ ਹੈ। ਬਲੈਂਕੇਟ ਬੇਲ ਨੂੰ ਲੈ ਕੇ ਇਸ ਪੂਰੇ ਮਾਮਲੇ ਵਿੱਚ SIT ਦੀ ਜਾਂਚ ਕਿੱਥੇ ਹੈ? SIT ਦੀ ਜਾਂਚ ਕਿੱਥੇ ਹੈ, ਰਿਪੋਰਟ ਕਿੱਥੇ ਹੈ? ਇਸ ਨੂੰ ਲੈ ਕੇ ਸਵਾਲ ਚੁੱਕੇ ਨੇ। ਸਿੱਧੂ ਵੱਲੋਂ STF ਦੀ ਰਿਪੋਰਟ ਨੂੰ ਤੇ ਨਸ਼ੇ ਦੀ ਰਿਪੋਰਟ ਨੂੰ ਜਨਤਕ ਨਾ ਕਰਨ ਤੇ ਸਵਾਲ ਕੀਤੇ ਨੇ। ਇਕਬਾਲਪ੍ਰੀਤ ਸਿੰਘ ਸਹੋਤਾ ਨੂੰ DGP ਦੀ ਨਿਯੁਕਤੀ ਦੇ ਉੱਤੇ ਸਵਾਲ ਚੁੱਕੇ ਨੇ। AG ਦੀ ਨਿਯੁਕਤੀ ਉੱਤੇ ਵੀ ਸਿੱਧੂ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਤੇ ਅੱਗੇ ਗੱਲ ਕਰਦੇ ਹਾਂ ਚੰਨੀ ਨੂੰ CM ਬਣਾਉਣ ਦੇ ਸਵਾਲ ਤੇ ਭੜਕੇ ਨਵਜੋਤ ਸਿੰਘ ਸਿੱਧੂ। ਚੰਨੀ ਨੂੰ CM ਬਣਾਉਣ ਦੇ ਵਿੱਚ ਸਿੱਧੂ ਦਾ ਹੱਥ ਹੋਣ ਬਾਰੇ ਸਵਾਲ ਕੀਤਾ ਗਿਆ ਸੀ। ਸਿੱਧੂ ਨੂੰ ਪੁੱਛਿਆ ਗਿਆ ਸੀ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ, CM ਬਣਾਇਆ ਗਿਆ ਤਾਂ ਕੀ ਤੁਹਾਡਾ ਉਸ ਦੇ ਵਿੱਚ ਕੋਈ ਰੋਲ ਸੀ? ਇਹ ਸਵਾਲ ਕੀਤਾ ਗਿਆ। ਇਸ ਸਵਾਲ ਦੇ ਜਵਾਬ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਮੇਰਾ ਕੋਈ ਹੱਥ ਨਹੀਂ, ਇਹ ਫੈਸਲਾ ਹਾਈ ਕਮਾਨ ਦਾ ਹੈ। ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਭੂਮਿਕਾ ਵਿੱਚ ਸਿੱਧੂ ਦਾ ਇਨਕਾਰ। ਬੋਲੇ ਚੰਨੀ ਨੂੰ ਹਾਈ ਕਮਾਨ ਨੇ ਬਣਾਇਆ ਮੁੱਖ ਮੰਤਰੀ ਤੇ ਮੇਰਾ ਕੋਈ ਰੋਲ ਨਹੀਂ ਹੈ। ਤੇ ਦੂਜੇ ਪਾਸੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨਵਜੋਤ ਸਿੱਧੂ ਸ਼ੁਰੂ ਤੋਂ ਹੀ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸੁਪਰ CM ਬਣਨ ਦੀ ਵੀ ਕੋਸ਼ਿਸ਼ ਕੀਤੀ। ਕਿਹਾ ਕਿ ਸਾਡੀ ਕਾਂਗਰਸ ਹਾਈ ਕਮਾਨ ਨੂੰ ਬੇਨਤੀ ਹੈ ਕਿ ਨਵਜੋਤ ਸਿੱਧੂ ਨੂੰ 20 ਦਿਨਾਂ ਵਾਸਤੇ CM ਲਾ ਦਿਓ। ਉਹਨਾਂ ਕਿਹਾ ਕਿ ਇਹਨਾਂ ਨੇ ਪੰਜਾਬੀ ਤਮਾਸ਼ਾ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਲੱਗਦਾ ਹੈ ਸਿੱਧੂ ਕਾਂਗਰਸ ਤੋਂ ਪਾਸੇ ਜਾਣਾ ਚਾਹੁੰਦੇ ਹਨ ਤੇ ਕਾਂਗਰਸ ਹਾਈ ਕਮਾਨ ਸੋਚਦੀ ਹੈ ਕਿ ਉਹ ਆਪੇ ਹੀ ਪਾਸੇ ਹੋ ਜਾਣ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਿਰਫ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ। ਹੁਣ 11 ਨਵੰਬਰ ਨੂੰ BSF ਦੇ ਮਸਲੇ ਤੇ ਲਿਆਂਦਾ ਜਾਵੇਗਾ ਮਤਾ। ਵਿਰੋਧੀਆਂ ਨੇ ਕੀਤੀ ਮਿਆਦ ਵਧਾਉਣ ਦੀ ਮੰਗ। ਕਿਹਾ ਲੋਕਾਂ ਦੇ ਮੁੱਦਿਆਂ ਤੇ ਚਰਚਾ ਤੋਂ ਭੱਜ ਰਹੀ ਹੈ ਚੰਨੀ ਸਰਕਾਰ। CM ਬਣਨ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਵਿਧਾਨ ਸਭਾ ਦੀ ਦਹਿਲੀਜ਼ ਤੇ ਟੇਕਿਆ ਮੱਥਾ। ਵਿਧਾਨ ਸਭਾ ਦੇ ਸੈਸ਼ਨ ਦੀ ਅੱਜ ਦੀ ਕਾਰਵਾਈ ਮੁਲਤਵੀ ਹੋ ਗਈ ਹੈ। ਅੱਜ ਸਿਰਫ ਵਿਛੜੀਆਂ ਰੂਹਾਂ ਨੂੰ ਹੀ ਸ਼ਰਧਾਂਜਲੀ ਦਿੱਤੀ ਗਈ ਤੇ ਉਸ ਤੋਂ ਬਾਅਦ 11 ਨਵੰਬਰ ਤੱਕ ਦੇ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। 11 ਨਵੰਬਰ ਨੂੰ BSF ਦੇ ਮੁੱਦੇ ਤੇ ਮਤਾ ਲਿਆਂਦਾ ਜਾਵੇਗਾ।
ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਕੋਟਕਪੂਰਾ ਗੋਲੀकांड ਨਾਲ ਜੁੜੀ ਹੋਈ ਹਾਈ ਕੋਰਟ ਵੱਲੋਂ ਐਸਆਈਟੀ ਦੀ ਰਿਪੋਰਟ ਖਾਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ। ਕੁੰਵਰ ਵਿਜੇ ਪ੍ਰਤਾਪ ਸਣੇ ਸਾਰੀਆਂ ਪਾਰਟੀਆਂ ਨੂੰ ਕੋਰਟ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਹਾਈ ਕੋਰਟ ਵੱਲੋਂ ਐਸਆਈਟੀ ਦੀ ਰਿਪੋਰਟ ਖਾਰਜ ਕਰਨ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ। ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਐਸਆਈਟੀ ਦੇ ਮੈਂਬਰ ਰਹਿ ਚੁੱਕੇ ਕੁੰਵਰ ਵਿਜੇ ਪ੍ਰਤਾਪ ਸਣੇ ਸਾਰੀਆਂ ਪਾਰਟੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਪੂਰਾ ਮਾਮਲਾ ਸੁਪਰੀਮ ਕੋਰਟ ਪਹੁੰਚ ਚੁੱਕਿਆ ਹੈ। ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਸਣੇ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ। ਹੁਣ ਸੁਪਰੀਮ ਕੋਰਟ ਵਿੱਚ ਕੇਸ ਦੀ ਕੀ ਸੁਣਵਾਈ ਹੁੰਦੀ ਹੈ, ਇਸ ਦੇ ਉੱਤੇ ਹੀ ਨਜ਼ਰ ਰਹੇਗੀ। ਅੱਗੇ ਵਧਾਂਗੇ ਤੇ ਗੱਲ ਕਰਦੇ ਹਾਂ ਬੇਅਦਬੀ ਕੇਸ ਵਿੱਚ ਰਾਮ ਰਹੀਮ ਤੋਂ ਅੱਜ ਪਹਿਲੀ ਵਾਰ ਐਸਆਈਟੀ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ। ਐਸਆਈਟੀ ਨੇ 100 ਦੇ ਕਰੀਬ ਸਵਾਲ ਤਿਆਰ ਕੀਤੇ ਹਨ। ਰਾਮ ਰਹੀਮ ਤੋਂ ਬੇਅਦਬੀ ਕੇਸ ਨਾਲ ਜੁੜੇ ਸਵਾਲ ਪੁੱਛੇ ਜਾਣਗੇ। ਪੰਜਾਬ ਪੁਲਿਸ ਦਾ ਇੱਕ ਵਿਸ਼ੇਸ਼ ਜਾਂਚ ਦਲ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੋਂ 2015 ਦੇ ਬੇਅਦਬੀ ਮਾਮਲੇ ਵਿੱਚ ਪੁੱਛਗਿੱਛ ਲਈ ਇੱਥੇ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚ ਗਈ ਹੈ। ਬੇਅਦਬੀ ਮਾਮਲੇ ਵਿੱਚ ਐਸਆਈਟੀ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ। ਦੱਸ ਦਈਏ ਕਿ 2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਰਾਮ ਰਹੀਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੰਸਪੈਕਟਰ ਜਨਰਲ ਪਰਮਾਰ ਦੀ ਅਗਵਾਈ ਵਿੱਚ 4 ਮੈਂਬਰੀ ਵਿਸ਼ੇਸ਼ ਜਾਂਚ ਦਲ ਸਵੇਰੇ ਰਾਜਪੁਰਾ ਤੋਂ ਸੁਨਾਰੀਆ ਜੇਲ੍ਹ ਲਈ ਰਵਾਨਾ ਹੋਏ। ਬੇਅਦਬੀ ਕੇਸ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਜਾਰੀ ਹੈ। ਤੇ ਗੱਲ ਕਰਦੇ ਹਾਂ ਬੀਐਸਐਫ ਦੇ ਮੁੱਦੇ ਤੇ ਮਨੀਸ਼ ਤਿਵਾੜੀ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਮਨੀਸ਼ ਤਿਵਾੜੀ ਨੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕੇਂਦਰ ਦੇ ਫੈਸਲੇ ਨੂੰ 1 ਮਹੀਨਾ ਲੰਘ ਚੁੱਕਿਆ ਹੈ। ਸਰਕਾਰ ਨੇ ਅਜੇ ਤੱਕ ਸੁਪਰੀਮ ਕੋਰਟ ਵਿੱਚ ਚੁਣੌਤੀ ਕਿਉਂ ਨਹੀਂ ਦਿੱਤੀ? ਕੀ ਫੈਸਲੇ ਦਾ ਵਿਰੋਧ ਮਹਿਜ ਖਾਨਾਪੂਰਤੀ ਹੈ? ਮਨੀਸ਼ ਤਿਵਾੜੀ ਵੀ ਲਗਾਤਾਰ ਟਵੀਟ ਕਰਦੇ ਨਜ਼ਰ ਆਉਂਦੇ ਨੇ। ਹੁਣ ਬੀਐਸਐਫ ਦੇ ਮੁੱਦੇ ਉੱਤੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਉਸ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਸਵਾਲ ਚੁੱਕੇ ਨੇ। ਆਪਣੀ ਹੀ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧੇ ਨੂੰ 1 ਮਹੀਨਾ ਹੋ ਚੁੱਕਿਆ ਹੈ। ਕੇਂਦਰ ਦੇ ਫੈਸਲੇ ਨੂੰ 1 ਮਹੀਨਾ ਲੰਘ ਚੁੱਕਿਆ ਹੈ। ਅਜੇ ਤੱਕ ਸੁਪਰੀਮ ਕੋਰਟ ਦਾ ਰੁਖ ਕਿਉਂ ਨਹੀਂ ਕੀਤਾ ਗਿਆ? ਇਸ ਮਸਲੇ ਤੇ ਕੀ ਸਿਰਫ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ? ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਤੱਕ ਵਧਾਉਣ ਵਾਲੇ ਕੇਂਦਰ ਦੇ ਨੋਟੀਫਿਕੇਸ਼ਨ ਨੂੰ 1 ਮਹੀਨਾ ਹੋਣ ਜਾ ਰਿਹਾ ਹੈ। ਅਜੇ ਤੱਕ ਪੰਜਾਬ ਸਰਕਾਰ ਨੇ ਆਰਟੀਕਲ 131 ਦੇ ਤਹਿਤ ਸੁਪਰੀਮ ਕੋਰਟ ਵਿੱਚ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਕਿਉਂ ਨਹੀਂ ਦਿੱਤੀ? ਕੀ ਵਿਰੋਧ ਮਹਿਜ ਖਾਨਾਪੂਰਤੀ ਹੈ? ਮਨੀਸ਼ ਤਿਵਾੜੀ ਨੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ। ਤੇ ਹੁਣ ਗੱਲ ਕਰਦੇ ਹਾਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਿਆਸੀ ਘਮਸਾਨ ਵੀ ਜਾਰੀ ਹੈ। ਚੰਨੀ ਸਰਕਾਰ ਵੱਲੋਂ ਸਭ ਤੋਂ ਸਸਤਾ ਪੈਟਰੋਲ ਡੀਜ਼ਲ ਹੋਣ ਦੇ ਦਾਅਵੇ ਤੇ ਅਕਾਲੀ ਦਲ ਨੇ ਸਵਾਲ ਚੁੱਕੇ ਨੇ। ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਘੱਟ ਕੀਮਤਾਂ ਸ਼ਾਇਦ ਚੰਡੀਗੜ੍ਹ ਨੂੰ ਛੱਡ ਕੇ ਸਭ ਤੋਂ ਘੱਟ ਕੀਮਤਾਂ ਨੇ। ਤਾਂ ਦਲਜੀਤ ਚੀਮਾ ਨੇ ਸਵਾਲ ਚੁੱਕੇ ਨੇ। ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਚੰਡੀਗੜ੍ਹ ਵਿੱਚ ਅਜੇ ਵੀ ਪੰਜਾਬ ਦੇ ਮੁਕਾਬਲੇ ਘੱਟ ਰੇਟ ਨੇ। ਮੁੱਖ ਮੰਤਰੀ ਚੰਨੀ ਨੇ ਨਾਰਥ ਇੰਡੀਆ ਵਿੱਚ ਪੰਜਾਬ ਵਿੱਚ ਸਭ ਤੋਂ ਸਸਤਾ ਪੈਟਰੋਲ ਡੀਜ਼ਲ ਹੋਣ ਦਾ ਦਾਅਵਾ ਕੀਤਾ ਸੀ। ਤਾਂ ਦਲਜੀਤ ਚੀਮਾ ਦੇ ਵੱਲੋਂ ਟਵੀਟ ਕੀਤਾ ਗਿਆ। ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਦੇ ਵੱਲੋਂ ਟਵੀਟ ਕਰਕੇ ਸਵਾਲ ਚੁੱਕੇ ਗਏ ਤੇ ਕਿਹਾ ਗਿਆ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ। ਅਕਾਲੀ ਆਗੂ ਦਲਜੀਤ ਚੀਮਾ ਨੇ ਟਵੀਟ ਕੀਤਾ ਤੇ ਕਿਹਾ ਕਿ ਕਿਰਪਾ ਕਰਕੇ ਝੂਠ ਫੈਲਾਉਣ ਲਈ ਜਨਤਾ ਦਾ ਪੈਸਾ ਬਰਬਾਦ ਨਾ ਕਰੋ। ਤੁਹਾਡੇ ਲਈ ਜਾਣਕਾਰੀ ਹੈ ਕਿ ਚੰਡੀਗੜ੍ਹ ਵਿੱਚ ਪੈਟਰੋਲ 94.23 ਰੁਪਏ ਅਤੇ ਡੀਜ਼ਲ 80.90 ਰੁਪਏ ਪ੍ਰਤੀ ਲੀਟਰ ਹੈ। ਨਾਲਾਗੜ੍ਹ ਹਿਮਾਚਲ ਵਿੱਚ ਪੈਟਰੋਲ 93.67 ਰੁਪਏ ਅਤੇ ਡੀਜ਼ਲ 78.94 ਰੁਪਏ ਪ੍ਰਤੀ ਲੀਟਰ ਹੈ।
ਹੁਣ ਇਸ ਦੀ ਤੁਲਨਾ ਆਪਣੇ ਇਸ਼ਤਿਹਾਰ ਨਾਲ ਕਰੋ। ਦਲਜੀਤ ਚੀਮਾ ਨੇ ਸਰਕਾਰੀ ਇਸ਼ਤਿਹਾਰ ਜਿਸ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਭ ਤੋਂ ਘੱਟ ਦੱਸਿਆ ਗਿਆ ਉਸ ਨੂੰ ਸ਼ੇਅਰ ਕਰਕੇ ਉਸ ਦੇ ਉੱਤੇ ਟਵੀਟ ਕੀਤਾ ਹੈ। ਵਾਰ ਕੀਤਾ ਗਿਆ ਹੈ ਕਾਂਗਰਸ ਸਰਕਾਰ ਦੇ ਉੱਤੇ ਕਿ ਘੱਟੋ ਘੱਟ ਜਨਤਾ ਦਾ ਪੈਸਾ ਇਸਤੇਮਾਲ ਕਰਕੇ ਬਰਬਾਦ ਕਰਕੇ ਝੂਠ ਨਾ ਫੈਲਾਓ। ਤਾਂ ਉਹਨਾਂ ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਚੰਡੀਗੜ੍ਹ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੀ ਨੇ ਤੇ ਹਿਮਾਚਲ ਦੇ ਨਾਲਾਗੜ੍ਹ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੀ ਨੇ, ਇਸ ਦੀ ਤੁਲਨਾ ਕਰਨ ਦੇ ਲਈ ਚੰਨੀ ਸਰਕਾਰ ਨੂੰ ਕਿਹਾ ਹੈ। ਤੇ ਉਧਰ ਆਮ ਆਦਮੀ ਪਾਰਟੀ ਨੇ ਵੈਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਬਣਦੇ ਹੀ ਵੈਟ ਖਤਮ ਕਰ ਦੇਵਾਂਗੇ। ਆਮ ਆਦਮੀ ਪਾਰਟੀ ਦਾ ਇਹ ਵੱਡਾ ਐਲਾਨ ਹੈ। ਕਿਹਾ ਹੈ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣੇਗੀ ਤਾਂ ਵੈਟ ਖਤਮ ਕਰ ਦੇਵਾਂਗੇ। ਸਰਕਾਰ ਬਣਦੇ ਹੀ ਪੈਟਰੋਲ ਤੇ ਡੀਜ਼ਲ ਤੇ ਵੈਟ ਖਤਮ ਕਰ ਦੇਵਾਂਗੇ। ਪੰਜਾਬ ਵਿੱਚ ਹਰ ਚੀਜ਼ ਦਾ ਰੇਟ ਘੱਟ ਕਰਾਂਗੇ। ਤਾਂ ਮਹਿੰਗਾਈ ਇਸ ਵੇਲੇ ਵੱਡਾ ਮੁੱਦਾ ਬਣ ਗਿਆ ਹੈ, ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੀ ਦਾਅਵੇ ਕਰ ਰਹੀ ਹੈ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਹਰ ਚੀਜ਼ ਦਾ ਰੇਟ ਘੱਟ ਕਰਾਂਗੇ। ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਤੋਂ ਵੈਟ ਘਟਾਉਣ ਦੇ ਦਾਅਵੇ ਕਰ ਰਹੀ ਹੈ, ਪਰ ਦਿੱਲੀ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਵੇਲੇ ਉੱਥੇ ਕੇਂਦਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਦੇ ਬਾਵਜੂਦ ਅਜੇ ਤੱਕ ਪੈਟਰੋਲ ਤੇ ਡੀਜ਼ਲ ਤੇ ਵੈਟ ਨਹੀਂ ਘਟਾਇਆ ਗਿਆ। ਦਿੱਲੀ ਵਿੱਚ ਅਜੇ ਵੀ ਪੈਟਰੋਲ ਕਰੀਬ 105 ਰੁਪਏ ਅਤੇ ਡੀਜ਼ਲ ਕਰੀਬ 87 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਪੰਜਾਬ ਦੇ ਲਈ ਇਹ ਐਲਾਨ ਕੀਤਾ ਹੈ ਉੱਥੇ ਇਹ ਸਵਾਲ ਵੀ ਹੈ ਕਿ ਦਿੱਲੀ ਦੇ ਵਿੱਚ ਜਿੱਥੇ ਉਹਨਾਂ ਦੀ ਪਹਿਲਾਂ ਹੀ ਸਰਕਾਰ ਹੈ ਉੱਥੇ ਅਜੇ ਤੱਕ ਰੇਟ ਘਟੇ ਨਹੀਂ। ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਵੈਟ ਖਤਮ ਕਰ ਦੇਵਾਂਗੇ। ਸਰਕਾਰ ਬਣਦੇ ਹੀ ਵੈਟ ਖਤਮ ਕਰ ਦੇਵਾਂਗੇ। ਹਰ ਚੀਜ਼ ਸਸਤੀ ਕਰਾਂਗੇ, ਹਰ ਚੀਜ਼ ਸਸਤੀ ਹੋਵੇਗੀ। ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਹੈ, ਉੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਜੇ ਤੱਕ ਵੀ ਕੇਂਦਰ ਦੀ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਅਜੇ ਵੀ ਉੱਥੇ ਹੀ ਨੇ, ਉੱਥੇ ਕੋਈ ਰਾਹਤ ਅਜੇ ਤੱਕ ਨਹੀਂ ਮਿਲੀ ਹੈ। ਤਾਂ ਇਹ ਦਾਅਵੇ ਹੋਏ ਨੇ, ਚੁਣਾਵੀ ਵਾਅਦੇ ਹੋਏ ਨੇ ਜਾਂ ਫਿਰ ਉਹਨਾਂ ਦੇ ਵਿੱਚ ਵੀ ਸੱਚਾਈ ਹੋਵੇਗੀ, ਇਹ ਫਿਲਹਾਲ ਅਜੇ ਵੀ ਸਵਾਲ ਹੀ ਹੈ। ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਲਖੀਮਪੁਰ ਖੇਰੀ ਕਾਂਡ ਦਾ ਵੀ ਹੈ। ਲਖੀਮਪੁਰ ਕਾਂਡ ਨੂੰ ਲੈ ਕੇ ਯੂਪੀ ਸਰਕਾਰ ਨੂੰ ਫਟਕਾਰ ਪਈ ਹੈ। ਸੁਪਰੀਮ ਕੋਰਟ ਨੇ ਸਟੇਟਸ ਰਿਪੋਰਟ ਤੇ ਨਾਰਾਜ਼ਗੀ ਜਤਾਈ ਹੈ। ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀ ਕੀਤੀ ਗਈ ਕਿ 2 FIR ਵਿੱਚ ਫਰਕ ਨਹੀਂ ਕਰ ਪਾ ਰਹੀ SIT। ਉਹਨਾਂ ਨੇ ਕਿਹਾ ਕਿ ਦੂਜੀ FIR ਵਿੱਚ ਇੱਕ ਤਰੀਕੇ ਨਾਲ ਇੱਕ ਮੁਲਜ਼ਮ ਨੂੰ ਬਚਾਉਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਾਂਚ ਦੀ ਨਿਗਰਾਨੀ ਲਈ ਰਿਟਾਇਰਡ ਜੱਜ ਦੀ ਨਿਯੁਕਤੀ ਕਰਾਂਗੇ, ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜ ਰਣਜੀਤ ਸਿੰਘ ਅਤੇ ਰਾਕੇਸ਼ ਕੁਮਾਰ ਦਾ ਨਾਮ ਸੁਝਾਇਆ ਗਿਆ ਹੈ ਕਿ ਇਹਨਾਂ ਦੇ ਵਿੱਚੋਂ ਕਿਸੇ ਦੀ ਜ਼ਿੰਮੇਵਾਰੀ ਲਗਾਈ ਜਾਵੇ ਇਸ ਪੂਰੀ ਜਾਂਚ ਨੂੰ ਮੋਨੀਟਰ ਕਰਨ ਦੀ। ਤਾਂ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਇਸ ਪੂਰੇ ਮਾਮਲੇ ਦੇ ਵਿੱਚ ਹੋਣੀ ਹੈ। ਯੂਪੀ ਸਰਕਾਰ ਨੂੰ ਝਾੜ ਪਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਖੀਮਪੁਰ ਖੇਰੀ ਕਾਂਡ ਨੂੰ ਲੈ ਕੇ। ਅੱਜ ਦੇ ਦਿਨ ਦਾ ਇਤਿਹਾਸ। 8 ਨਵੰਬਰ 1665 ਗੁਰੂ ਤੇਗ ਬਹਾਦਰ ਸਾਹਿਬ ਨੂੰ ਤਮਤਾਨ ਵਿੱਚ ਕੈਦ ਕਰਕੇ ਦਿੱਲੀ ਪਹੁੰਚਾਇਆ ਗਿਆ। 8 ਨਵੰਬਰ 1674 ਅੰਗਰੇਜ਼ੀ ਕਵੀ ਜੌਨ ਮਿਲਟਨ ਦਾ ਦੇਹਾਂਤ ਹੋਇਆ। 8 ਨਵੰਬਰ 1908 ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਕਹਾਣੀਆਂ ਲਿਖਣ ਵਾਲਾ ਲੇਖਕ ਰਾਜਾ ਰਾਓ ਦਾ ਜਨਮ ਹੋਇਆ। 8 ਨਵੰਬਰ 1917 ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਜੇਤੂ ਸੁਰਿੰਦਰ ਸਿੰਘ ਨਰੂਲਾ ਦਾ ਜਨਮ ਹੋਇਆ। 8 ਨਵੰਬਰ 1932 ਫ੍ਰੈਂਕਲਿਨ ਡੀ ਰੂਜ਼ਾਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ 3 ਵਾਰ ਹੋਰ ਚੁਣਿਆ ਗਿਆ ਸੀ। 8 ਨਵੰਬਰ 1951 ਹਿੰਦੀ ਦੇ ਆਲੋਚਕ ਅਤੇ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਸੰਵਾਹਕ ਸੂਰਜ ਪਾਲੀਵਾਲ ਦਾ ਜਨਮ ਹੋਇਆ। 8 ਨਵੰਬਰ 1964 ਭਾਰਤੀ ਪੱਤਰਕਾਰ, ਸਮਾਚਾਰ ਐਂਕਰ ਅਤੇ ਲੇਖਕ ਸਾਗਰਿਕਾ ਘੋਸ਼ ਦਾ ਜਨਮ ਹੋਇਆ। ਕੱਲ ਫਿਰ ਮਿਲਾਂਗੇ ਨਵੀਆਂ ਖਬਰਾਂ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਤਦ ਤੱਕ ਦੇਖਦੇ ਰਹੋ ਆਪਣਾ ਪਸੰਦੀਦਾ ਚੈਨਲ ਪ੍ਰੀਤ ਪੰਜਾਬੀ। ਸਤਿ ਸ਼੍ਰੀ ਅਕਾਲ।